ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ, ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅੱਜ ਅਸੀਂ 12ਵੀਂ ਕਲਾਸ ਦੀ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਲੇਖ ਪੰਜਾਬ ਦੇ ਰਸਮ ਰਿਵਾਜ, ਜੋ ਕਿ ਗੁਲਜ਼ਾਰ ਸਿੰਘ ਸੰਧੂ ਦਾ ਲਿਖਿਆ ਹੋਇਆ ਹੈ, ਅਸੀਂ ਅੱਜ ਇਸ ਦੇ ਪ੍ਰਸ਼ਨ ਉੱਤਰ ਤੇ ਖਾਲੀ ਥਾਵਾਂ ਤੇ ਠੀਕ ਗਲਤ ਕਰਾਂਗੇ। ਫਸਟ ਕੁਐਸਚਨ, ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਕੀ ਮਹੱਤਵ ਹੈ? ਉੱਤਰ, ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਬਹੁਤ ਮਹੱਤਵ ਹੈ। ਇਹ ਸਾਡੀਆਂ ਸੱਧਰਾਂ ਅਤੇ ਸਾਡੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਇਹਨਾਂ ਤੋਂ ਹੀ ਸਾਡੇ ਵੱਖ-ਵੱਖ ਫਿਰਕਿਆਂ ਦੇ ਵਿਸ਼ਵਾਸਾਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਇਹ ਸਾਡੀ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਹਨ। ਅਸੀਂ ਵੱਖ-ਵੱਖ ਰਸਮਾਂ ਦੇ ਮੌਕਿਆਂ ਤੇ ਇੱਕ ਦੂਜੇ ਦੀ ਖੁਸ਼ੀ ਗਮੀ ਵਿੱਚ ਸ਼ਾਮਲ ਹੁੰਦੇ ਹਾਂ। ਦੁੱਖ ਦੇ ਮੌਕੇ ਤੇ ਤਾਂ ਸਾਨੂੰ ਦੂਜਿਆਂ ਦੀ ਹਮਦਰਦੀ ਦੀ ਹੋਰ ਵੀ ਲੋੜ ਹੁੰਦੀ ਹੈ। ਇਸ ਲਈ ਰਸਮ ਰਿਵਾਜ ਸਾਨੂੰ ਮਨੁੱਖੀ ਰਿਸ਼ਤਿਆਂ ਦੀ ਨੇੜਤਾ ਬਾਰੇ ਵੀ ਜਾਣਕਾਰੀ ਦਿੰਦੇ ਹਨ, ਜੋ ਕਿ ਸਾਡੇ ਆਉਣ ਵਾਲੇ ਜੀਵਨ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ। ਜਣੇਪੇ ਦੀਆਂ ਰਸਮਾਂ ਇਹ ਦੱਸਦੀਆਂ ਹਨ ਕਿ ਕਿਵੇਂ ਜੱਚਾ ਬੱਚਾ ਦੀ ਦੇਖਭਾਲ ਕੀਤੀ ਜਾਂਦੀ ਹੈ। ਗੁੜਤੀ ਦੇਣ ਲਈ ਚੰਗੇ ਵਿਅਕਤੀ ਦੀ ਭਾਲ ਕੀਤੇ ਜਾਣ ਤੋਂ ਇਹ ਪਤਾ ਲੱਗਦਾ ਹੈ ਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਬੱਚੇ ਵਿੱਚ ਚੰਗੇ ਗੁਣ ਪੈਦਾ ਹੋਣ। ਰਸਮ ਰਿਵਾਜਾਂ ਤੋਂ ਸਾਡੇ ਧਾਰਮਿਕ ਸੰਸਕਾਰਾਂ ਬਾਰੇ ਵੀ ਪਤਾ ਲੱਗਦਾ ਹੈ। ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਸੰਸਕਾਰਾਂ ਅਤੇ ਵਿਸ਼ਵਾਸਾਂ ਦੀ ਭਿੰਨਤਾ ਵੀ ਇਹਨਾਂ ਰਸਮਾਂ ਰਿਵਾਜਾਂ ਤੋਂ ਪਤਾ ਲੱਗਦੀ ਹੈ। ਇਸੇ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਵਿਸ਼ੇਸ਼ ਮਹੱਤਵ ਹੈ। ਇਹਨਾਂ ਤੋਂ ਪੰਜਾਬੀ ਸੱਭਿਆਚਾਰ ਦੀ ਤਸਵੀਰ ਸਪਸ਼ਟ ਦਿਖਾਈ ਦਿੰਦੀ ਹੈ। ਅਗਲਾ ਕੁਐਸਚਨ, ਰਸਮ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ? ਉੱਤਰ, ਰਸਮ ਰਿਵਾਜ ਕਿਵੇਂ ਪੈਦਾ ਹੋਏ ਹਨ, ਇਹ ਇੱਕ ਦਿਲਚਸਪ ਵਿਸ਼ਾ ਹੈ। ਇਹ ਸਾਡੀਆਂ ਸੱਧਰਾਂ ਅਤੇ ਸਾਡੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਡਰ ਸਾਡੇ ਨਾਲੋਂ ਜ਼ਿਆਦਾ ਸੀ। ਬਹੁਤ ਸਾਰੇ ਰਸਮ ਰਿਵਾਜਾਂ ਦਾ ਆਰੰਭ ਇਹਨਾਂ ਦੈਵੀ ਸ਼ਕਤੀਆਂ ਨੂੰ ਪਤਿਆਉਣ ਜਾਂ ਰਜਿਆਉਣ ਵਿੱਚੋਂ ਲੱਭਿਆ ਜਾ ਸਕਦਾ ਹੈ। ਜਨਮ ਤੇ ਵਿਆਹ ਦੇ, ਖੁਸ਼ੀ ਦੇ ਮੌਕਿਆਂ ਤੇ ਮੌਤ ਆਦਿ ਦੇ ਗਮੀ ਦੇ ਮੌਕਿਆਂ ਨੇ ਵੀ ਰਸਮਾਂ ਰਿਵਾਜਾਂ ਨੂੰ ਜਨਮ ਦਿੱਤਾ। ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ 4 ਭਾਗਾਂ ਬ੍ਰਹਮਚਰਜ, ਗ੍ਰਹਿਸਥ, ਬਾਨਪ੍ਰਸਥ ਤੇ ਸੰਨਿਆਸ ਵਿੱਚ ਵੰਡਿਆ ਗਿਆ ਸੀ ਤੇ ਹਰ ਭਾਗ ਦੇ ਕੁਝ ਸੰਸਕਾਰ ਬੰਝੇ ਹੋਏ ਸਨ। ਇਹਨਾਂ ਸੰਸਕਾਰਾਂ ਨੇ ਹੀ ਰਸਮਾਂ ਰਿਵਾਜਾਂ ਦੀ ਪਰੰਪਰਾ ਨੂੰ ਵਧਾਇਆ ਤੇ ਅੱਗੇ ਤੋਰਿਆ। ਅਗਲਾ ਕੁਐਸਚਨ, ਪੰਜਾਬ ਵਿੱਚ ਜੀਵ ਦੇ ਜਨਮ ਨਾਲ ਸੰਬੰਧਿਤ ਕਿਹੜੇ-ਕਿਹੜੇ ਰਸਮ ਰਿਵਾਜ ਹਨ? ਉੱਤਰ, ਪੰਜਾਬ ਵਿੱਚ ਜੀਵ ਦੇ ਜਨਮ ਨਾਲ ਵੱਖ-ਵੱਖ ਰਸਮ ਰਿਵਾਜ ਸੰਬੰਧਿਤ ਹਨ। ਜਿਸ ਤਰ੍ਹਾਂ ਕਿ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਹੀ ਪ੍ਰੇਤ ਰੂਹਾਂ ਤੋਂ ਬਚਾਓ ਲਈ ਗਰਭ ਦੇ ਤੀਜੇ, 5ਵੇਂ ਜਾਂ 7ਵੇਂ ਮਹੀਨੇ ਔਰਤ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂਦਾ ਹੈ। ਬੱਚਾ ਪੈਦਾ ਹੋਣ ਤੇ ਬੱਚਾ ਤੇ ਜੱਚਾ ਨੂੰ ਧੂਫ ਦਿੱਤੀ ਜਾਂਦੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਹੈ, ਜੋ ਕਿ ਲਗਾਤਾਰ 10 ਦਿਨ ਜਗਦਾ ਰਹਿੰਦਾ ਹੈ। ਜਨਮ ਤੋਂ ਬਾਅਦ ਬੱਚੇ ਨੂੰ ਗੁੜਤੀ ਦੇਣ ਦੀ ਮਹੱਤਵਪੂਰਨ ਰਸਮ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਗੁੜਤੀ ਦੇਣ ਵਾਲੇ ਵਿਅਕਤੀ ਦੇ ਸੁਭਾਅ ਦਾ ਬੱਚੇ ਤੇ ਬਹੁਤ ਅਸਰ ਹੁੰਦਾ ਹੈ। ਇਸ ਲਈ ਕਿਸੇ ਚੰਗੇ ਵਿਅਕਤੀ ਤੋਂ ਗੁੜਤੀ ਦਿਵਾਈ ਜਾਂਦੀ ਹੈ। ਬੱਚੇ ਦੇ ਜਨਮ ਤੋਂ 5ਵੇਂ ਦਿਨ ਪਿੱਛੋਂ 5ਵੀਂ ਨਹਾਉਣ ਦੀ ਰੀਤ ਹੈ। 6ਵੇਂ ਦਿਨ ਬੱਚੇ ਦੀ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ। ਇਸ ਨੂੰ ਛਟੀ ਵੀ ਕਹਿੰਦੇ ਹਨ। ਮਾਂ ਇਸ ਦਿਨ ਰੱਜ ਕੇ ਰੋਟੀ ਖਾਂਦੀ ਹੈ। ਮੁੰਡਾ ਜਨਮਿਆ ਹੋਵੇ ਤਾਂ ਇਸ ਸਮੇਂ ਲਾਗੀ ਲੋਕ ਤੋਹਫੇ ਲੈ ਕੇ ਵਧਾਈ ਦੇਣ ਆਉਂਦੇ ਹਨ। ਇਸ ਬਦਲੇ ਉਹਨਾਂ ਨੂੰ ਬਣਦਾ ਸੱਦਾ ਲਾਗ ਦਿੱਤਾ ਜਾਂਦਾ ਹੈ।
ਸ਼ਾਮ ਨੂੰ ਬੱਚੇ ਦੀ ਮਾਂ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਜਣੇਪੇ ਪਿੱਛੋਂ ਪਹਿਲੀ ਵਾਰ ਬਾਹਰ ਜਾਂਦੀ ਹੈ। ਚੰਗੇ ਸ਼ਗਨਾਂ ਲਈ ਉਹ ਬਾਹਰੋਂ ਘਾਹ ਪੁੱਟ ਲਿਆਉਂਦੀ ਹੈ। ਜੇਕਰ ਮੁੰਡਾ ਜਨਮਿਆ ਹੋਵੇ ਤਾਂ ਇਸੇ ਦਿਨ ਨਾਨਕਿਆਂ ਨੂੰ ਨਾਈ ਹੱਥ ਦੁੱਬ, ਖੰਬਣੀ ਤੇ ਗੁੜ ਦੀ ਭੇਲੀ ਭੇਜੀ ਜਾਂਦੀ ਹੈ। ਬਾਕੀ ਰਿਸ਼ਤੇਦਾਰਾਂ ਨੂੰ ਵੀ ਥੋੜਾ ਬਹੁਤ ਸ਼ਗਨ ਭੇਜਿਆ ਜਾਂਦਾ ਹੈ। ਬੱਚੇ ਦੇ ਦਾਦਕਿਆਂ ਵੱਲੋਂ ਛੂਛਕ ਦੇਣ ਦਾ ਰਿਵਾਜ ਤਾਂ ਆਮ ਹੈ। ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਜਨਮ ਤੋਂ ਬਾਅਦ ਆਉਣ ਵਾਲੀ ਪਹਿਲੀ ਲੋਹੜੀ ਪਾਈ ਜਾਂਦੀ ਹੈ। ਇਸ ਤਰ੍ਹਾਂ ਬੱਚੇ ਦੇ ਜਨਮ ਸਮੇਂ ਇਹ ਵੱਖ-ਵੱਖ ਰਸਮ ਰਿਵਾਜ ਅਪਣਾਏ ਜਾਂਦੇ ਹਨ। ਅਗਲਾ ਕੁਐਸਚਨ, ਪਹਿਲੇ ਸਮਿਆਂ ਵਿੱਚ ਮੁੰਡੇ ਅਤੇ ਕੁੜੀ ਦੇ ਜੰਮਣ ਤੇ ਰਸਮ ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ? ਹੁਣ ਇਹ ਵਿਤਕਰਾ ਕਿਵੇਂ ਘਟ ਰਿਹਾ ਹੈ? ਉੱਤਰ, ਪਹਿਲੇ ਸਮੇਂ ਵਿੱਚ ਮੁੰਡੇ ਦੇ ਜਨਮ ਸਮੇਂ ਘਰ ਖੁਸ਼ੀਆਂ ਨਾਲ ਭਰ ਜਾਂਦਾ ਸੀ। ਭਾਈਚਾਰੇ ਦੇ ਲੋਕ ਤੇ ਲਾਗੀ ਵਧਾਈ ਦੇਣ ਆਉਂਦੇ ਸਨ। ਗੁੜ ਤੇ ਲੱਡੂ ਵੰਡੇ ਜਾਂਦੇ ਸਨ। ਪਰ ਜੇਕਰ ਕੁੜੀ ਜੰਮ ਪਵੇ ਤਾਂ ਸਾਰਾ ਘਰ ਮਸੋਸਿਆ ਜਾਂਦਾ ਹੈ। ਮਾਪਿਆਂ ਦੇ ਉੱਤੇ ਤਾਂ ਜਿਵੇਂ ਪਹਾੜ ਡਿੱਗ ਪੈਂਦਾ ਸੀ। ਕੋਈ ਵਧਾਈ ਨਹੀਂ ਸੀ ਦਿੰਦਾ ਅਤੇ ਨਾ ਹੀ ਲੱਡੂ ਵੰਡੇ ਜਾਂਦੇ ਸਨ। ਧੀਆਂ ਦਾ ਨਾਮਕਰਨ ਸੰਸਕਾਰ ਵੀ ਨਹੀਂ ਸੀ ਹੁੰਦਾ। ਕੰਨ-ਵਿਧ ਸੰਸਕਾਰ ਵੀ ਨਾ ਮਾਤਰ ਹੀ ਕੀਤਾ ਜਾਂਦਾ ਸੀ। ਕੋਈ ਵਣਜਾਰਾ ਆਉਂਦਾ ਤਾਂ ਕੰਨ ਵਿੰਨ ਜਾਂਦਾ। ਕੁੜੀਆਂ ਉਸ ਗੁੜ ਦੀ ਰੋੜੀ ਅਤੇ ਆਪਣੀ ਮਾਂ ਤੋਂ ਦੀਵਾਨੀ ਚਵਾਨੀ ਲੈ ਕੇ ਦਿੰਦੀਆਂ ਸਨ। ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਆ ਰਹੀ ਹੈ। ਛੋਟੇ ਪਰਿਵਾਰਾਂ ਦੀ ਲੋੜ ਕਾਰਨ ਮਾਪਿਆਂ ਦਾ ਹਰ ਬੱਚੇ ਪ੍ਰਤੀ ਰੁਝਾਨ ਬਦਲ ਗਿਆ ਹੈ। ਧੀਆਂ ਹੁਣ ਕਮਾਉਣ ਵੀ ਲੱਗ ਪਈਆਂ ਹਨ। ਭਾਰ ਨਾ ਬਣਨ ਕਾਰਨ ਘਰ ਵਿੱਚ ਉਹਨਾਂ ਦਾ ਹੁਣ ਸਤਿਕਾਰਯੋਗ ਸਥਾਨ ਹੋ ਗਿਆ ਹੈ। ਅਗਲਾ ਕੁਐਸਚਨ, ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਵਿੱਚ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ? ਉੱਤਰ, ਕੁੜੀ ਨੂੰ ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਵੀ ਕੁਝ ਰਸਮਾਂ ਕੀਤੀਆਂ ਜਾਂਦੀਆਂ ਹਨ। ਪਾਣੀ ਵਾਰਨਾ, ਵਿਆਹ ਕੇ ਲਿਆਉਣ ਮਗਰੋਂ ਲਾੜਾ ਤੇ ਲਾੜੀ ਨੂੰ ਘਰ ਪਹੁੰਚਣ ਤੇ ਪਹਿਲੀ ਰਸਮ ਮੁੰਡੇ ਦੀ ਮਾਂ ਦੁਆਰਾ ਸਿਰ ਉੱਤੇ ਪਾਣੀ ਵਾਰਨ ਦੀ ਹੁੰਦੀ ਹੈ। ਮੁੰਡੇ ਦੀ ਮਾਂ ਦੀਵਾ ਲੈ ਕੇ ਨੌਂ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਤੇ ਉਹ ਪਾਣੀ ਨਾਲ ਵਾਰਨੇ ਕਰਦੀ ਹੈ। 7 ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ ਤੇ ਪੁੱਤਰ ਉਸਨੂੰ ਪੀਣ ਤੋਂ ਰੋਕਦਾ ਹੈ। 7ਵੀਂ ਵਾਰੀ ਤਾਂ ਉਸਦੀਆਂ ਦਰਾਣੀਆਂ ਜਠਾਣੀਆਂ ਉਸਨੂੰ ਉਹ ਪਾਣੀ ਬਿਲਕੁਲ ਨਹੀਂ ਪੀਣ ਦਿੰਦੀਆਂ। ਮੂੰਹ ਦੇਖਣਾ। ਇਸ ਪਿੱਛੋਂ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਤੇ ਲਾੜੀ ਦਾ ਮੂੰਹ ਦੇਖਦੀਆਂ ਹਨ। ਪੂਜਾ, ਅਗਲੇ ਦਿਨ ਲਾੜਾ ਤੇ ਲਾੜੀ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ ਹਨ। ਛਟੀਆਂ ਤੇ ਕੰਗਣਾ ਖੋਲ੍ਹਣਾ, ਕਈ ਥਾਈਂ ਲਾੜਾ ਲਾੜੀ ਛਟੀਆਂ ਤੇ ਕੰਗਣਾ ਖੋਲ੍ਹਦੇ ਹਨ। ਲਾੜਾ ਲਾੜੀ ਇੱਕ ਦੂਜੇ ਦੇ 7-7 ਛਟੀਆਂ ਮਾਰਦੇ ਹਨ ਤੇ ਸ਼ਾਮ ਉਹ ਕੰਗਣਾ ਖੋਲ੍ਹਦੇ ਹਨ। ਪੇਟੀ ਖੋਲ੍ਹਣਾ, ਤੀਜੇ ਦਿਨ ਲਾੜੇ ਨੂੰ ਵਾਪਸ ਭੇਜਣ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ ਤੇ ਵਹੁਟੀ ਦੀ ਨਨਾਣ ਪੇਟੀ ਖੋਲ੍ਹਦੀ ਹੈ। ਉਹ ਪੇਟੀ ਖੁਲਾਈ ਵਜੋਂ ਮਨ ਭਾਉਂਦਾ ਸੂਟ ਵਿੱਚੋਂ ਕੱਢ ਲੈਂਦੀ ਹੈ। ਪੰਜਾਬ ਵਿੱਚ ਵਿਆਹ ਦੇ ਰਸਮ ਰਿਵਾਜ ਕਿਹੜੇ ਹਨ? ਹੁਣ ਇਹਨਾਂ ਵਿੱਚ ਕੀ ਤਬਦੀਲੀ ਆ ਰਹੀ ਹੈ? ਉੱਤਰ, ਕੁੜੀ ਮੁੰਡੇ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ। ਸਭ ਤੋਂ ਪਹਿਲਾਂ ਠਾਕਾ ਹੁੰਦਾ ਹੈ। ਕੁੜੀ ਵਾਲਿਆਂ ਵੱਲੋਂ ਨਾਈ ਦੇ ਹੱਥ ਮੁੰਡੇ ਨੂੰ 1 ਰੁਪਈਆ ਭੇਜਿਆ ਜਾਂਦਾ ਹੈ। ਪਰ ਹੁਣ ਨਾਈ ਦੀ ਥਾਂ ਕੁੜੀ ਵਾਲੇ ਆਪ ਜਾ ਕੇ ਠਾਕਾ ਦਿੰਦੇ ਹਨ। ਪਹਿਲਾਂ ਕੁੜਮਾਈ ਤੇ ਕੁੜੀ ਵਾਲੇ ਨਾਈ ਦੇ ਹੱਥ ਖੰਬਣੀ, ਰੁਪਈਆ, 5 ਮਿਸ਼ਰੀ ਦੇ ਕੁੱਜੇ, 5 ਛੁਆਰੇ ਅਤੇ ਕੇਸਰ ਆਦਿ ਮੁੰਡੇ ਦੇ ਘਰ ਭੇਜਦੇ ਸਨ ਅਤੇ ਨਾਈ ਹੀ ਇਹ ਚੀਜ਼ਾਂ ਮੁੰਡੇ ਦੀ ਝੋਲੀ ਪਾ ਕੇ ਉਸਨੂੰ ਕੇਸਰ ਦਾ ਟਿੱਕਾ ਲਾਉਂਦਾ ਸੀ। ਪਰ ਹੁਣ ਨਾਈ ਦੀ ਥਾਂ ਇਹ ਕੰਮ ਕੁੜੀ ਵਾਲੇ ਆਪ ਹੀ ਕਰਦੇ ਹਨ। ਪਹਿਲਾਂ ਮੁੰਡੇ ਵਾਲੇ ਨਾਈ ਦੇ ਹੱਥ ਹੀ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਖੰਡ, ਚੌਲ, ਛੁਆਰੇ ਤੇ ਨਗਦੀ ਆਦਿ ਭੇਜਦੇ ਸਨ। ਕੁੜੀ ਨਹਾ ਕੇ ਕੱਪੜੇ ਪਾ ਕੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਪਾਸੇ ਮੂੰਹ ਕਰਕੇ ਪੀੜ੍ਹੀ ਤੇ ਬੈਠ ਜਾਂਦੀ। ਪਿੰਡ ਦੀ ਨਾਇਣ ਸਹੁਰਿਆਂ ਵੱਲੋਂ ਭੇਜੀ ਨਗਦੀ ਕੁੜੀ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਆਰਾ ਉਸਦੇ ਮੂੰਹ ਵਿੱਚ ਪਾ ਦਿੰਦੀ ਅਤੇ ਇਸ ਤਰ੍ਹਾਂ ਕੁੜੀ ਦੀ ਵੀ ਮੰਗਣੀ ਹੋ ਜਾਂਦੀ। ਪਰ ਅੱਜ-ਕੱਲ੍ਹ ਨਾਈ ਤੇ ਨਾਇਣ ਦੀ ਭੂਮਿਕਾ ਖਤਮ ਹੋ ਰਹੀ ਹੈ। ਮੰਗਣੀ ਤੋਂ ਬਾਅਦ ਸਾਹਾ ਕਢਵਾ ਕੇ ਵਿਆਹ ਲਈ ਕੋਈ ਸ਼ੁਭ ਦਿਨ ਨਿਸ਼ਚਿਤ ਕਰ ਲਿਆ ਜਾਂਦਾ ਹੈ।
ਵਿਆਹ ਤੋਂ ਥੋੜੇ ਦਿਨ ਪਹਿਲਾਂ ਮੁੰਡੇ ਵਾਲਿਆਂ ਨੂੰ ਵਿਚੋਲੇ ਦੇ ਹੱਥ ਸਾਹੇ ਦੀ ਚਿੱਠੀ ਭੇਜੀ ਜਾਂਦੀ ਹੈ। ਹੁਣ ਭਾਈਚਾਰੇ ਵਿੱਚ ਕੱਤਣ ਲਈ ਰੂੰ ਅਤੇ ਪੀਹਣ ਲਈ ਦਾਣੇ ਵੰਡਣ ਦੀ ਥਾਂ ਅਜਿਹੇ ਕੰਮ ਮਸ਼ੀਨਾਂ ਤੇ ਕਰਵਾ ਲਏ ਜਾਂਦੇ ਹਨ। ਹੁਣ ਵਿਆਹ ਦੇ ਹਰ ਕੰਮ ਲਈ 7 ਸੁਹਾਗਣਾਂ ਦੇ ਇਕੱਠੀਆਂ ਹੋਣ ਵਾਲੀ ਰਸਮ ਵੀ ਅਲੋਪ ਹੋ ਗਈ ਹੈ। ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਮਾਂ ਆਪਣੇ ਪੇਕਿਆਂ ਨੂੰ ਵਿਆਹ ਦੱਸਣ ਜਾਂਦੀ ਹੈ। ਵਿਆਹ ਤੋਂ ਪਹਿਲਾਂ ਵਟਣੇ ਜਾਂ ਮਾਈਏ ਦੀ ਰਸਮ ਹੁੰਦੀ ਹੈ। ਵਿਆਹ ਤੇ ਨਾਨਕੀ ਚੱਕ ਲੈ ਕੇ ਆਉਂਦੇ ਹਨ। ਵਿਆਹ ਵਾਲੇ ਮੁੰਡੇ ਨੂੰ ਨਵਾ ਕੇ ਨਾਨਕਿਆਂ ਵੱਲੋਂ ਲਿਆਂਦੀ ਗਈ ਪੁਸ਼ਾਕ ਪਹਿਨਾਈ ਜਾਂਦੀ ਹੈ। ਫਿਰ ਘੋੜੀ ਦੀ ਰਸਮ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਉਸ ਦੇ ਸੁਰਮਾ ਪਵਾਉਂਦੀ ਹੈ। ਜੰਝ ਦੇ ਪਹੁੰਚਣ ਤੇ ਕੁੜੀ ਵਾਲਿਆਂ ਵੱਲੋਂ ਇਸ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਮਿਲਣੀ ਦੀ ਰਸਮ ਹੁੰਦੀ ਹੈ। ਇਸ ਪਿੱਛੋਂ ਫੇਰਿਆਂ ਜਾਂ ਆਨੰਦ ਕਾਰਜ ਦੀ ਰਸਮ ਨਾਲ ਵਿਆਹ ਸੰਪੂਰਨ ਹੋ ਜਾਂਦਾ ਹੈ। ਵਰੀ ਅਤੇ ਦਾਜ ਤੇ ਖੱਟ ਦਿਖਾਉਣ ਦੀ ਰਸਮ ਹੁਣ ਖਤਮ ਹੋ ਰਹੀ ਹੈ। ਅੱਜ ਕੱਲ੍ਹ ਵਿਆਹ ਦੇ ਰਸਮਾਂ ਰਿਵਾਜਾਂ ਵਿੱਚ ਤਬਦੀਲੀ ਆ ਗਈ ਹੈ। ਹੁਣ ਵਿਆਹ ਖਰਚੀਲੇ ਹੋ ਰਹੇ ਹਨ। ਪਹਿਲਾਂ ਜਿੱਥੇ ਠਾਕਾ 1 ਰੁਪਏ ਨਾਲ ਹੁੰਦਾ ਸੀ, ਹੁਣ ਇਸ ਰਸਮ ਉੱਤੇ ਹਜ਼ਾਰਾਂ ਜਾਂ ਲੱਖਾਂ ਖਰਚ ਕੀਤੇ ਜਾਂਦੇ ਹਨ। ਅਜੋਕੇ ਵਿਆਹਾਂ ਵਿੱਚ ਠਾਕੇ ਤੇ ਵਿਆਹ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਤੇ ਨਾ ਹੀ ਕੁੜਮਾਈ ਵਾਲੀ ਕੁੜੀ ਹਰ ਵੇਲੇ ਲਾਲ ਪਰਾਂਦੀ ਪਾਈ ਰੱਖਦੀ ਹੈ। ਸਾਹੇ ਚਿੱਠੀ ਤੋਂ ਮਗਰੋਂ ਵਿਆਹ ਆਰੰਭ ਕਰਨ ਦੀਆਂ ਰਸਮਾਂ ਵੀ ਬਹੁਤ ਘੱਟ ਹੋ ਗਈਆਂ ਹਨ ਤੇ 7 ਸੁਹਾਗਣਾਂ ਇਕੱਠੀਆਂ ਕਰਨ ਦੀ ਗੱਲ ਵੀ ਨਹੀਂ ਰਹੀ। ਹੁਣ ਗੁਲਗੁਲਿਆਂ ਦੀ ਥਾਂ ਵੀ ਮਠਿਆਈ ਨੇ ਲੈ ਲਈ ਹੈ। ਵਟਣੇ ਵੀ ਪਹਿਲਾਂ ਜਿੰਨੇ ਨਹੀਂ ਲੱਗਦੇ। ਨਾਨਕਾ ਮੇਲ ਵੀ ਪਿੰਡ ਦੀ ਜੂਹ ਵਿੱਚ ਵੜਦਾ ਹੁਣ ਪਹਿਲਾਂ ਵਾਂਗ ਚੋਹਲ ਮੋਹਲ ਨਹੀਂ ਕਰਦਾ ਤੇ ਨਾ ਹੀ ਬੰਬੀਹੇ ਬੁਲਾਉਂਦਾ ਹੈ। ਫੇਰਿਆਂ ਸਮੇਂ ਵੀ ਕੁੜੀ ਨੂੰ ਚੁੱਕ ਕੇ ਲਿਆਉਣ ਦੀ ਥਾਂ ਉਸ ਦੀਆਂ ਸਹੇਲੀਆਂ ਤੇ ਇਸਤਰੀਆਂ ਹੀ ਲੈ ਕੇ ਆਉਂਦੀਆਂ ਹਨ। ਇਹਨਾਂ ਤੋਂ ਇਲਾਵਾ ਕੁਝ ਮੁੰਡੇ ਕੁੜੀ ਵੀ ਆਪਣੀ ਮਰਜ਼ੀ ਨਾਲ ਤੇ ਮਾਪਿਆਂ ਤੋਂ ਬਿਨਾਂ ਹੀ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਰਹੇ ਹਨ। ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਕਈ ਰਸਮਾਂ ਦਾ ਰੂਪ ਬਦਲ ਰਿਹਾ ਹੈ ਤੇ ਕਈ ਰਸਮਾਂ ਅਲੋਪ ਹੋ ਰਹੀਆਂ ਹਨ। ਅਗਲਾ ਕੁਐਸਚਨ, ਜੀਵ ਦੀ ਮੌਤ ਹੋਣ ਤੇ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ? ਉੱਤਰ, ਵਿਅਕਤੀ ਦਾ ਪ੍ਰਾਣ ਤਿਆਗਣ ਪਿੱਛੋਂ ਔਰਤਾਂ ਘਰ ਵਿੱਚ ਵੈਨ ਪਾਉਣ ਲੱਗ ਪੈਂਦੀਆਂ ਹਨ ਤੇ ਮਰਦ ਬਾਹਰ ਦਰੀਆਂ ਵਿਛਾ ਕੇ ਬੈਠ ਜਾਂਦੇ ਹਨ। ਸੰਸਕਾਰ ਤੋਂ ਪਹਿਲਾਂ ਮ੍ਰਿਤਕ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇਕਰ ਮ੍ਰਿਤਕ ਸੁਹਾਗਣ ਇਸਤਰੀ ਹੋਵੇ ਤਾਂ ਉਸਨੂੰ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੇਰੀ ਪਹਿਨਾਈ ਜਾਂਦੀ ਹੈ। ਉਸਦੇ ਹੋਠਾਂ ਨੂੰ ਦੰਦਾਸਾ ਅਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਈ ਜਾਂਦੀ ਹੈ। ਅੱਖਾਂ ਵਿੱਚ ਸੁਰਮਾ, ਵੀਣੀ ਤੇ ਚੂੜੀਆਂ ਅਤੇ ਮੱਥੇ ਤੇ ਬਿੰਦੀ ਲਗਾ ਕੇ ਉਸਨੂੰ ਅੰਤਿਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਅਰਥੀ ਦੀ ਤਿਆਰੀ ਕੀਤੀ ਜਾਂਦੀ ਹੈ। ਘਰ ਤੋਂ ਸਿਵਿਆਂ ਤੱਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰ ਅਰਥੀ ਨੂੰ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ। ਅੱਧ ਮਾਰਗ ਤੋਂ ਪਿੱਛੋਂ ਔਰਤਾਂ ਉੱਥੇ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿੱਚ ਜਾ ਕੇ ਅਰਥੀ ਲਾ ਲਈ ਜਾਂਦੀ ਹੈ। ਚਿਤਾ ਦੀਆਂ ਲੱਕੜਾਂ ਚਿਣ ਕੇ ਮ੍ਰਿਤਕ ਦੇ ਉਸ ਤੇ ਲਿਟਾ ਦਿੱਤੀ ਜਾਂਦੀ ਹੈ। ਘਰ ਵਿੱਚ ਸਭ ਤੋਂ ਵੱਡਾ ਪੁੱਤਰ ਚਿਤਾ ਨੂੰ ਅਗਨੀ ਦਿੰਦਾ ਹੈ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਪਵੇ ਤਾਂ ਕੋਈ ਆਦਮੀ ਅਰਥੀ ਦਾ ਡੰਡਾ ਕੱਢ ਕੇ ਖੋਪਰੀ ਠਕੋਰਦਾ ਹੈ ਤਾਂ ਇਸ ਰਸਮ ਨੂੰ ਕਪਾਲ ਕਿਰਿਆ ਕਹਿੰਦੇ ਹਨ। ਇਸ ਤੋਂ ਬਾਅਦ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿਛਾਂਹ ਤੱਕਣ ਤੋਂ ਵਾਪਸ ਤੁਰ ਪੈਂਦੇ ਹਨ। ਵਾਪਸ ਆਉਂਦਿਆਂ ਰਾਹ ਵਿੱਚ ਸਭ ਸੱਜਣ ਕਿਸੇ ਖੂਹ ਆਦਿ ਤੇ ਇਸ਼ਨਾਨ ਕਰਦੇ ਹਨ ਜਾਂ ਮੂੰਹ ਹੱਥ ਧੋਂਦੇ ਹਨ। ਮੌਤ ਦੇ ਤੀਸਰੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ। ਇਹ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਜਾਂਦੇ ਹਨ। ਮੌਤ ਤੋਂ ਬਾਅਦ ਕੁਝ ਦਿਨ ਦੂਰ ਨੇੜੇ ਦੀਆਂ ਮੁਕਾਨਾਂ ਆਉਂਦੀਆਂ ਹਨ। ਕਿਰਿਆ ਜਾਂ ਪਗੜੀ ਦੀ ਰਸਮ ਤੇ ਵੱਡਾ ਪੁੱਤਰ ਸਹੁਰਿਆਂ ਵੱਲੋਂ ਆਈ ਪੱਗ ਬੰਨ੍ਹਦਾ ਹੈ ਅਤੇ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ। ਇਸ ਤਰ੍ਹਾਂ ਜੀਵ ਦੀ ਮ੍ਰਿਤੂ ਤੇ ਵੱਖ-ਵੱਖ ਰਸਮਾਂ ਕੀਤੀਆਂ ਜਾਂਦੀਆਂ ਹਨ। ਅਗਲਾ ਕੁਐਸਚਨ, ਪੰਜਾਬ ਦੇ ਰਸਮ ਰਿਵਾਜਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰੇ ਵਿੱਚ ਕੀ ਭਿੰਨਤਾ ਹੁੰਦੀ ਹੈ? ਉੱਤਰ, ਪੰਜਾਬ ਦੇ ਰਸਮ ਰਿਵਾਜਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੁਝ ਭਿੰਨਤਾ ਦੇਖੀ ਜਾ ਸਕਦੀ ਹੈ। ਉਦਾਹਰਣ ਲਈ ਜਿੱਥੇ ਹਿੰਦੂਆਂ ਵਿੱਚ ਜਨੇਊ ਅਤੇ ਸਿੱਖਾਂ ਵਿੱਚ ਅੰਮ੍ਰਿਤ ਪਾਨ ਦੀ
ਰਸਮ ਹੁੰਦੀ ਹੈ, ਉੱਥੇ ਮੁਸਲਮਾਨਾਂ ਵਿੱਚ ਸੁੰਨਤ ਦੀ ਰਸਮ ਕੀਤੀ ਜਾਂਦੀ ਹੈ। ਮੁਸਲਮਾਨ ਹਿੰਦੂਆਂ ਤੇ ਸਿੱਖਾਂ ਵਾਂਗ ਮ੍ਰਿਤਕ ਦੇ ਦੇਹ ਨੂੰ ਅਗਨੀ ਭੇਂਟ ਕਰਨ ਦੀ ਥਾਂ ਦਫਨਾਉਂਦੇ ਹਨ। ਇਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਰਸਮ ਰਿਵਾਜਾਂ ਦੇ ਪੱਖੋਂ ਕੁਝ ਭਿੰਨਤਾ ਹੈ। ਠੀਕ ਗਲਤ। ਮੁੰਡੇ ਦੇ ਜਨਮ ਤੋਂ ਮਗਰੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ। ਠੀਕ। ਨਾਮਕਰਨ ਲਈ ਕਈ ਤਰ੍ਹਾਂ ਦੇ ਸੰਸਕਾਰ ਕੀਤੇ ਜਾਂਦੇ ਹਨ। ਗਲਤ। ਮੁੰਡਨ ਸੰਸਕਾਰ ਤੀਜੇ ਤੇ 5ਵੇਂ ਸਾਲ ਵਿੱਚ ਕੀਤਾ ਜਾਂਦਾ ਹੈ। ਠੀਕ। ਜਵਾਨ ਹੋਣ ਤੇ ਹਿੰਦੂ ਜਨੇਊ ਪਹਿਨਦੇ ਹਨ ਤੇ ਸਿੱਖ ਅੰਮ੍ਰਿਤ ਛਕਦੇ ਹਨ। ਠੀਕ। ਧੀਆਂ ਦੇ ਜੰਮਣ ਉੱਤੇ ਬਹੁਤ ਚਾਅ, ਮਲਾਰ ਤੇ ਰਸਮਾਂ ਰੀਤਾਂ ਕੀਤੀਆਂ ਜਾਂਦੀਆਂ ਹਨ। ਗਲਤ। ਕੰਨ-ਵਿੰਦ ਸੰਸਕਾਰ ਵੀ ਨਾ ਮਾਤਰ ਹੀ ਹੁੰਦਾ ਸੀ। ਠੀਕ। ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ 1 ਰੁਪਈਆ ਭੇਜ ਦਿੰਦੇ ਤੇ ਨਾਤਾ ਪੱਕਾ ਕਰ ਲੈਂਦੇ। ਠੀਕ। ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਿੱਚੋਂ 1 ਛੁਆਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ। ਠੀਕ। ਮੁੰਡੇ ਵਾਲੇ ਨਾਈ ਦੇ ਕੋਲ ਮੰਗੇਤਰ, ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮੌਲੀ, ਮਹਿੰਦੀ ਆਦਿ ਘੱਲਦੇ ਹਨ। ਠੀਕ। ਸਾਹੇ ਚਿੱਠੀ ਨੂੰ ਦੁੱਧ, ਚੌਲ, ਹਲਦੀ, ਥੰਮਣੀ ਆਦਿ ਵਿੱਚ ਲਪੇਟ ਕੇ ਨਾਈ, ਪੰਡਤ ਜਾਂ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਠੀਕ। ਸ਼ਾਹੀ ਚਿੱਠੀ ਪਿੱਛੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਠੀਕ। 15 ਦਿਨ ਪਹਿਲਾਂ ਕੜਾਈ ਚੜਾਈ ਜਾਂਦੀ ਹੈ। ਗਲਤ। ਵਿਆਹ ਦਾ ਦਿਨ ਦੱਸ ਕੇ ਨਾਨਕੀ ਛੱਕ ਦੀ ਤਿਆਰੀ ਕਰਦੇ ਹਨ। ਠੀਕ। ਵਟਣਾ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦਬ-ਦਬ ਕੇ ਮਲਿਆ ਜਾਂਦਾ ਹੈ। ਠੀਕ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਉਸਦੀ ਭਰਜਾਈ ਸੁਰਮਾ ਪਾ ਕੇ ਸੁਰਮਾ ਪਵਾਈ ਲੈਂਦੀ ਹੈ। ਠੀਕ। ਕੁੜੀਆਂ ਟਿਚਰਾਂ ਕਰਦੀਆਂ ਹਨ ਤੇ ਵਿਆਂਦੜ ਤੋਂ ਛੰਦ ਆਦਿ ਸੁਣਦੀਆਂ ਹਨ। ਠੀਕ। ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤੀਵੀਆਂ ਘਰ ਵਿੱਚ ਵੈਣ ਪਾਉਣ ਲੱਗ ਪੈਂਦੀਆਂ ਹਨ। ਠੀਕ। ਫਿਰ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਠੀਕ। ਵੱਡਾ ਪੁੱਤਰ ਮ੍ਰਿਤਕ ਨੂੰ ਲਾਂਬੂ ਲਾਉਂਦਾ ਹੈ। ਠੀਕ। ਮ੍ਰਿਤਕ ਦੇ ਫੁੱਲ ਚੁੱਕ ਕੇ ਉਹਨਾਂ ਨੂੰ ਨਦੀ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ। ਠੀਕ। ਮੁਸਲਮਾਨ ਅੰਮ੍ਰਿਤ ਪਾਨ ਤੇ ਜਨੇਊ ਦੀ ਥਾਂ ਸੁੰਨਤ ਕਰਦੇ ਹਨ। ਠੀਕ। ਮੁਸਲਮਾਨ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਦਫਨਾਉਂਦੇ ਹਨ। ਠੀਕ। ਵਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਨਾਨਕੇ ਹੁੰਦਾ ਹੈ। ਸਹੀ। ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਬਹੁਤ ਜ਼ਿਆਦਾ ਸੀ। ਠੀਕ। ਕੁਝ ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ। ਠੀਕ। ਗੁੜਤੀ ਮਿਸਰੀ ਦੀ ਡਲੀ ਜਾਂ ਭੇਡ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ। ਠੀਕ। 6ਵੇਂ ਦਿਨ ਛਟੀ ਦੀ ਰਸਮ ਹੁੰਦੀ ਹੈ। ਠੀਕ। 3ਵੇਂ ਦਿਨ ਬਾਹਰ ਆਉਣ ਦੀ ਰਸਮ ਕੀਤੀ ਜਾਂਦੀ ਹੈ। ਠੀਕ। ਮੁੰਡਾ ਹੋਵੇ ਤਾਂ ਕਈ ਥਾਈਂ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਧ, ਖੰਭਣੀ ਤੇ ਗੁੜ ਦੀ ਡਲੀ ਭੇਜਦੇ ਹਨ। ਠੀਕ। ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ ਛੂਛਕ ਭੇਜਣ ਦਾ ਰਿਵਾਜ ਹੈ। ਠੀਕ। ਖਾਲੀ ਥਾਵਾਂ ਭਰੋ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਡੈਸ਼ ਨੂੰ ਪਤਿਆਉਣ ਕਰਕੇ ਹੋਇਆ। ਦੇਵੀ ਤਾਕਤਾਂ। ਹੁਣ ਇਹਨਾਂ ਸੰਸਕਾਰਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਡੈਸ਼ ਹੁੰਦੇ ਜਾਂਦੇ ਹਨ ਅਲੋਪ। ਉਹ ਇਸ ਨੂੰ ਰਿੰਨ ਕੇ ਖਾਂਦੀ ਹੈ ਅਤੇ ਡੈਸ਼ ਵਿੱਚ ਵੰਡਦੀ ਹੈ ਭਾਈਚਾਰੇ। ਵਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਉਸਦੇ ਡੈਸ਼ ਪਿੰਡ ਵਿੱਚ ਹੁੰਦਾ ਹੈ ਨਾਨਕੇ। 13ਵੇਂ ਦਿਨ ਡੈਸ਼ ਦੀ ਰਸਮ ਕੀਤੀ ਜਾਂਦੀ ਹੈ ਬਾਹਰ ਵਧਾਉਣ ਦੀ। ਧੀ ਜੰਮਦੀ ਹੈ ਤਾਂ ਮਾਪਿਆਂ ਦੇ ਸਿਰ ਤੇ ਡੈਸ਼ ਡਿੱਗ ਪੈਂਦਾ ਹੈ ਪਹਾੜ। ਮੁਸਲਮਾਨ ਮ੍ਰਿਤਕ ਦੇਹ ਨੂੰ ਡੈਸ਼ ਕਰਦੇ ਹਨ ਦਫਨਾਉਂਦੇ। ਭਾਈਚਾਰੇ ਦੀਆਂ ਇਸਤਰੀਆਂ 1-1 ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਡੈਸ਼ ਵਿੱਚ ਪਾਉਂਦੀਆਂ ਹਨ ਝੋਲੀ। ਵਿਆਹ ਤੋਂ ਪਹਿਲਾਂ ਵੱਡੀ ਰਸਮ ਡੈਸ਼ ਜਾਂ ਡੈਸ਼ ਦੀ ਹੁੰਦੀ ਹੈ ਵਟਣੇ ਜਾਂ ਮਾਈਏ ਦੀ। ਆਨੰਦ ਕਾਰਜ ਜਾਂ ਲਗਨ ਫੇਰਿਆਂ ਨਾਲ ਅਸਲੀ ਕਾਰਜ ਡੈਸ਼ ਹੋ ਜਾਂਦਾ ਹੈ ਸਮਾਪਤ। ਕਈ ਥਾਵਾਂ ਉੱਤੇ ਇਸ ਸਮੇਂ ਡੈਸ਼ ਦਾ ਰਿਵਾਜ ਹੈ ਛਟੀਆਂ। ਮ੍ਰਿਤਕ ਦੇ ਰਿਸ਼ਤੇਦਾਰ ਉਸਦੀ ਅਰਥੀ ਨੂੰ ਆਪਣੇ ਡੈਸ਼ ਉੱਤੇ ਚੁੱਕ ਕੇ ਲਿਜਾਂਦੇ ਹਨ ਮੋਢਿਆਂ ਤੇ। ਵੱਡਾ ਪੁੱਤਰ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਡੈਸ਼ ਠੋਕ ਕੇ ਡੈਸ਼ ਦੀ ਰਸਮ ਕਰਦਾ ਹੈ। ਖੋਪਰੀ ਨੂੰ ਠੋਕ ਕੇ ਕਪਾਲ ਕਿਰਿਆ ਦੀ ਰਸਮ ਕਰਦਾ ਹੈ। ਮੌਤ ਤੋਂ ਕੁਝ ਦਿਨ ਤੱਕ ਡੈਸ਼ ਆਉਂਦੀਆਂ ਹਨ ਮੁਕਾਨਾਂ। ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਲੇਖ ਪੰਜਾਬ ਦੇ ਰਸਮ ਰਿਵਾਜ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ। ਧੰਨਵਾਦ।